ਬਾਈ ਜੀ ਕਿਹੜਾ ਬੁੱਕ ਡਿਪੂ ਹੈ, ਕੀ ਨਾਮ ਹੈ? ਲੱਕੀ ਬੁੱਕ ਡਿਪੂ ਹੈ ਜੀ, ਮੇਨ ਬਾਜ਼ਾਰ ਦੇ ਵਿੱਚ ਧਰਮਕੋਟ ਜੀ। ਇਹ ਜਿਹੜਾ ਐਂਜਲ ਹਾਰਟ ਦਾ ਸਿਲੇਬਸ ਹੈ ਤੁਹਾਡੇ ਕੋਲ ਕਿੱਥੋਂ ਆਇਆ? ਸਕੂਲ ਵਾਲੇ ਆਪ ਦੇ ਗਏ ਕਿਤਾਬਾਂ ਮੈਨੂੰ, ਜਦੋਂ ਭਗਵੰਤ ਮਾਨ ਦਾ ਆਪਦਾ ਮੁੱਖ ਮੰਤਰੀ ਸਾਹਿਬ ਦਾ ਆਪਣਾ ਮੈਸੇਜ ਆਇਆ ਵੀ ਤੁਸੀਂ ਸਕੂਲ ਦੇ ਵਿੱਚ ਕਿਤਾਬਾਂ ਨਹੀਂ ਦੇ ਸਕਦੇ, ਫਿਰ ਇਹਨਾਂ ਨੇ ਦੁਕਾਨ ਤੇ ਮੈਨੂੰ ਆ ਕੇ ਮੈਨੂੰ ਕਹਿੰਦੇ ਵੀ ਕਿਤਾਬਾਂ ਤੁਸੀਂ ਸਾਡੀਆਂ ਵੇਚੋ, ਜਿਵੇਂ ਮਰਜ਼ੀ ਕਰੋ। ਸਾਡੇ ਧੱਕੇ ਨਾਲ ਦੇ ਕੇ ਮੈਨੂੰ ਕਹਿੰਦੇ ਵੀ ਆਹ ਕਿਤਾਬਾਂ ਰੱਖੋ, ਸਾਡੀਆਂ ਵੇਚ ਦਿਓ ਜੀ। ਮੈਂ ਹੈ ਨਹੀਂ ਸੀ ਦੁਕਾਨ ਤੇ, ਆਪ ਮੁੰਡੇ ਸੀਗੇ ਜੀ, ਪਿੱਛੋਂ ਰੱਖ ਰੁਕ ਗਏ ਜੀ ਆਪ। ਤੁਸੀਂ ਦੁਕਾਨ ਤੇ ਮੌਜੂਦ ਸੀ ਉਸ ਟਾਈਮ? ਨਹੀਂ, ਉਸ ਟਾਈਮ ਮੈਂ ਨਹੀਂ ਹੈਗਾ ਸੀਗਾ ਜੀ। ਇਹ ਬੁੱਕਸ ਕਿੰਨੀਆਂ ਨੇ? ਤੁਸੀਂ ਲਈਆਂ ਨੇ ਡਾਇਰੈਕਟ ਜਾਂ ਸਕੂਲ ਦੀਆਂ ਨੇ? ਸਕੂਲ ਦੀ। ਇਹ ਸਕੂਲ ਐਂਜਲ ਹਾਰਟ ਦੀਆਂ ਬੁੱਕਸ ਨੇ ਜਾਂ ਤੁਸੀਂ ਡਾਇਰੈਕਟ ਕਿਸੇ ਪਬਲਿਸ਼ ਕੋਲੋਂ ਲੈ ਕੇ ਆਏ ਹੋ ਲੁਧਿਆਣਿਓਂ? ਐਂਜਲ ਹਾਰਟ ਦੀਆਂ ਨੇ। ਤੁਸੀਂ ਫਿਰ ਇੱਧਰ ਨਾਲ ਤੁਹਾਡੀ ਦੁਕਾਨ ਆ, ਫਿਰ ਸਾਹਮਣੇ ਆ ਜਾਓ। ਇੱਕ ਮਿੰਟ ਨਹੀਂ ਹੈ ਭਾਈ, 3 ਘੰਟੇ ਹੋ ਗਏ ਧੱਕੇ ਖਾਂਦੇ ਧਰਮਕੋਟ, ਤੁਸੀਂ 1 ਮਿੰਟ ਕਹਿੰਦੇ ਹੋ। ਕਿਤਾਬਾਂ ਉੱਤੇ ਲਗੋ ਕੇ ਰੱਖੀ ਬੈਠੇ ਹੋ, ਕਿਤਾਬਾਂ ਸਕੂਲ ਦੀਆਂ ਨੇ, ਨਾ ਇਹਦਾ ਬਿੱਲ ਦੇ ਰਹੇ ਹੋ ਤੁਸੀਂ ਸਾਨੂੰ। ਇਹ ਗੋਰਖ ਧੰਦਾ ਐਂਜਲ ਹਾਰਟ ਸਕੂਲ ਦਾ। ਵੀਰ ਜੀ ਆਹ ਕਿਤਾਬਾਂ ਅਸੀਂ ਸਵੇਰ ਦੇ ਧੱਕੇ ਖਾਈ ਜਾਂਦੇ ਆ, ਸਕੂਲ ਵਾਲੇ ਕਹਿੰਦੇ ਜਿੱਥੋਂ ਮਰਜ਼ੀ ਲੈ ਲਓ, ਪਰ ਇਹ ਕਿਤਾਬਾਂ ਉੱਪਰ ਲਗੋ ਕੇ ਰੱਖੀ ਬੈਠੇ ਆ। ਐਂਜਲ ਹਾਰਟ ਸਕੂਲ ਦੀਆਂ ਕਿਤਾਬਾਂ ਨੇ, ਔਰ ਉੱਪਰ ਲਗੋ ਕੇ ਰੱਖੀ ਬੈਠੇ ਐਂਜਲ ਹਾਰਟ ਨੇ। ਇਹ ਲੱਕੀ ਨੂੰ ਦਿੱਤੀਆਂ ਹੋਈਆਂ, ਲੱਕੀ ਇਹਨੂੰ ਬਾਈ ਨੂੰ। ਔਰ ਇਹਨਾਂ ਦਾ ਕੋਈ ਪ੍ਰਿੰਟ ਰੇਟ ਸਹੀ ਨਹੀਂਗਾ, ਕੋਈ ਪ੍ਰਿੰਟ ਰੇਟ ਸਹੀ ਨਹੀਂਗਾ, ਕੋਈ ਬਿੱਲ ਨਹੀਂ ਦੇ ਰਹੇਗੇ। ਔਰ ਸਕੂਲ ਵਾਲਿਆਂ ਨਾਲ ਸਿੱਧੀ ਗੱਲ ਕਰ ਰਹੇ ਆ ਕਿ ਇਹ ਸਕੂਲ ਦੀਆਂ ਕਿਤਾਬਾਂ ਨੇ। ਡੀਪੀ ਨਾਲ ਹੁਣ ਗੱਲ, ਡੀਪੀ ਲੈ ਕੇ ਜਾਊਗਾ ਕਿਤਾਬਾਂ। ਇੱਕ ਇੱਥੇ ਪੇਰੈਂਟਸ ਹੋਰ ਆਏ ਹੋਏ ਸੀਗੇ, ਉਹਨਾਂ ਨੂੰ ਵੀ ਕਹਿੰਦੇ ਕਿਤਾਬਾਂ ਹੈ ਨਹੀਂ। ਇਹ ਕਹਿੰਦੇ ਸ਼ੌਕੀ ਡਾਕਟਰ ਦੀ ਦੁਕਾਨ ਤੋਂ ਚੱਕੀਆਂ ਨੇ। ਸ਼ੌਕੀ ਡਾਕਟਰ ਦੁਕਾਨ ਤੋਂ ਕਹਿੰਦੇ ਚੱਕੀਆਂ ਨੇ। ਸ਼ੌਕੀ ਡਾਕਟਰ ਕੌਣ ਹੁੰਦਾ ਕਿਤਾਬਾਂ ਵੇਚਣ ਵਾਲਾ? ਸਕੂਲ ਦੀਆਂ ਕਿਤਾਬਾਂ ਇੱਥੇ ਕਿਉਂ ਨਹੀਂ ਦੁਕਾਨਾਂ ਤੇ ਲਿਖੀਆਂ ਚਾਹੀਦੀਆਂ ਸੀ? ਇਹਨਾਂ ਨੇ ਸਿਲੇਬਸ ਪਹਿਲਾਂ ਕਿਉਂ ਨਹੀਂ ਕੀਤਾ? ਆਨਲਾਈਨ ਸਿਲੇਬਸ ਦਾ ਆਰਡਰ ਸੀ ਨਾ, ਆਨਲਾਈਨ ਸਿਲੇਬਸ ਪਾਓ ਜਿੱਥੋਂ ਮਰਜ਼ੀ ਲਵੇ। ਅਸੀਂ ਹੁਣ ਜਿੱਥੋਂ ਮਰਜ਼ੀ ਚੱਕਰ 'ਚ ਪੂਰਾ ਧਰਮਕੋਟ ਘੁੰਮ ਲਿਆ, ਕਿਤੇ ਕਿਤਾਬਾਂ ਹੈ ਨਹੀਂ ਗਈਆਂ। ਹੁਣ ਕਿਤਾਬਾਂ ਉੱਤੇ ਲਗੋ ਕੇ ਰੱਖੀ ਬੈਠਾ। ਮੇਰੀ ਘਰ ਵਾਲੀ ਨੂੰ 3 ਵਾਰੀ ਅਸੀਂ ਮਿੰਨਤਾਂ ਕਰਾ ਕੇ ਕਹਿੰਦੇ ਕਿਤਾਬਾਂ ਇੱਕੋ ਹੀ ਸੈੱਟ ਹੈਗਾ, ਚਲੋ ਵੇਖ ਲੈਂਦੇ ਆ। ਫਿਰ ਇਹਨਾਂ ਨੇ ਪੂਰਾ ਆਪਦਾ ਜਿੰਨਾ ਪੱਕਦਾ ਸੀ 4500 ਰੁਪਏ ਦੀਆਂ ਕਿਤਾਬਾਂ ਲਾਈਆਂ ਨੇ। ਮੈਂ ਕਹਿੰਦਾ 4500 ਦਾ ਬਿੱਲ ਦੇ ਦਿਓ, ਬਿੱਲ ਵੀ ਨਹੀਂ ਦੇ ਰਹੇ। ਕਿਉਂ ਨਹੀਂ ਦੇ ਰਹੇ? ਇਹ ਕਿਤਾਬਾਂ ਹੁਣ ਮੈਂ MLA ਦਫ਼ਤਰ ਲੈ ਕੇ ਜਾਊਂਗਾ। ਮੈਂ ਮੌਜਗੜ੍ਹ ਪਿੰਡ ਤੋਂ, ਆਰਮੀ ਦੇ ਵਿੱਚ ਮੈਂ ਹੈਗਾ। ਕੀ ਨਾਮ ਹੈ ਭਾਈ ਤੁਹਾਡਾ? ਮੇਰਾ ਨਾਮ ਜੀ ਮੇਜਰ ਸਿੰਘ ਫੌਜੀ, ਪਿੰਡ ਮੌਜਗੜ੍ਹ ਤੋਂ। ਕੀ ਮਸਲਾ ਭਾਜੀ ਸਾਰਾ ਜਿਹੜੇ ਤੁਸੀਂ ਅੱਜ ਕਾਨਫਰੰਸ ਰੱਖੀ ਹੈਗੀ ਹੈ? ਆਪਾਂ ਵੀਰੇ ਅੱਜ ਬੱਚੇ ਦੀ ਐਡਮਿਸ਼ਨ ਕਰਾਉਣ ਵਾਸਤੇ ਐਂਜਲ ਹਾਰਟ ਕਨਵੈਂਟ ਸਕੂਲ, ਜਿਹੜਾ ਕਿ ਮੇਨ ਚੌਂਕ ਦੇ ਵਿੱਚ ਧਰਮਕੋਟ ਦੇ ਵਿੱਚ ਪੈਂਦਾ ਆ, ਉੱਥੇ ਐਡਮਿਸ਼ਨ ਕਰਵਾਉਣ ਆਏ ਸੀਗੇ। ਉਹਨਾਂ ਨੇ ਹੁਣ ਦੀਆਂ ਜਿਹੜੀਆਂ ਮੁੱਖ ਮੰਤਰੀ ਗਾਈਡਲਾਈਨ ਦੇ ਮੁਤਾਬਕ ਸਾਰਾ ਕੁਝ ਪਰਚੀ ਦੇ ਉੱਪਰ ਲਿਖ ਕੇ ਦੇ ਦਿੱਤਾ ਕਿ ਅਸੀਂ ਸਕੂਲ ਦੇ ਵਿੱਚੋਂ ਕੋਈ ਵੀ ਚੀਜ਼ ਨਹੀਂ ਦੇਣੀ, ਬਾਹਰੋਂ ਤੁਸੀਂ ਕਿੱਥੋਂ ਵੀ ਖਰੀਦ ਸਕਦੇ ਹੋ। ਟਾਈ, ਪੈਨ, ਸਭ ਕੁਝ ਜੋ ਵੀ ਸੀਗਾ, ਸਾਰਾ ਕੁਝ ਸ਼ੌਕਸ ਸ਼ੂਜ਼ ਤੁਸੀਂ ਬਾਹਰੋਂ ਖਰੀਦੋਗੇ, ਪਹਿਲਾਂ ਸਕੂਲ 'ਚੋਂ ਮਿਲਦਾ ਸੀਗਾ। ਫਿਰ ਉਹਨਾਂ ਨੇ ਬੁੱਕਸ ਦਾ ਸਾਨੂੰ ਇੱਕ ਸਿਲੇਬਸ ਦਿੱਤਾ ਕਿ ਤੁਸੀਂ ਬੁੱਕਸ ਦਾ ਸਿਲੇਬਸ ਲੈ ਜਾਓ, ਕਿਸੇ ਵੀ ਸ਼ਾਪ ਤੋਂ ਖਰੀਦ ਲਓ। ਉਸ ਤੋਂ ਬਾਅਦ 'ਚ ਅਸੀਂ ਧਰਮਕੋਟ ਦੇ ਵਿੱਚ ਪਹਿਲਾਂ ਪਤਾ ਕੀਤਾ, ਕਿਸੇ ਸ਼ਾਪ ਤੋਂ ਸਾਨੂੰ ਉਹ ਬੁੱਕਸ ਨਹੀਂ ਮਿਲੀਆਂ। ਉਸ ਤੋਂ ਬਾਅਦ 'ਚ ਸਾਨੂੰ ਦੱਸਿਆ ਕਿ ਤੁਸੀਂ ਮੋਗੇ ਚੱਲ ਜਾਓ, ਉੱਥੇ ਕੋਈ ਮਹਿੰਦਰਾ ਬੁੱਕ ਡਿਪੂ ਆ ਜਾਂ ਕੋਈ ਹੋਰ ਡਿਪੂ ਆ, ਉੱਥੇ ਪਤਾ ਕਰੋ, ਉੱਥੇ ਸਾਡਾ ਸਿਲੇਬਸ ਉੱਥੋਂ ਮਿਲ ਜਾਣਗੀਆਂ। ਅਸੀਂ ਮੋਗੇ ਪਤਾ ਕੀਤਾ, ਉਸ ਤੋਂ ਬਾਅਦ ਮੋਗਿਓਂ ਵੀ ਬੁੱਕਸ ਨਹੀਂ ਮਿਲੀਆਂ। ਉਸ ਤੋਂ ਬਾਅਦ 'ਚ ਅਸੀਂ ਕੋਟ ਈਸੇ ਖਾਂ, ਇਹਨਾਂ ਨੇ ਦੱਸਿਆ ਸੀਗਾ ਵੀ ਇਹਨਾਂ 3 ਜਗ੍ਹਾ 'ਤੇ ਮਿਲ ਸਕਦੇ। ਫਿਰ ਕੋਟ ਈਸੇ ਖਾਂ ਅਸੀਂ ਗਏ, ਉੱਥੇ ਬੁੱਕਸ ਸਾਨੂੰ ਕੋਟ ਈਸੇ ਖਾਂ ਨਹੀਂ ਮਿਲੀਆਂ। ਉਸ ਤੋਂ ਬਾਅਦ ਅਸੀਂ ਸ਼ਾਮੀ ਫਿਰ ਵਾਪਸ ਆਏ ਦੁਪਹਿਰ ਨੂੰ ਧਰਮਕੋਟ ਦੇ ਵਿੱਚ। ਸਾਨੂੰ ਕਿਸੇ ਬੰਦੇ ਖਾਸ ਨੇ ਦੱਸਿਆ ਕਿ ਕਿਤੋਂ ਨਹੀਂ ਮਿਲੀਆਂ ਤੁਹਾਨੂੰ ਬੁੱਕਸ, ਤੁਹਾਨੂੰ ਸਿਰਫ ਬੁੱਕਸ ਮਿਲਣਗੀਆਂ ਲੱਕੀ ਬੁੱਕ ਡਿਪੂ ਤੋਂ। ਫਿਰ ਅਸੀਂ ਲੱਕੀ ਬੁੱਕ ਡਿਪੂ ਦੇ ਉੱਪਰ ਗਏ, ਉਹਨਾਂ ਨਾਲ ਜਾ ਕੇ ਗੱਲਬਾਤ ਕੀਤੀ ਅਤੇ ਉਹ ਕਹਿੰਦੇ ਕਿ ਕਿਤਾਬਾਂ ਹੈ ਨਹੀਂ ਗੀਆਂ, ਲੇਕਿਨ ਤੁਹਾਨੂੰ ਇੱਕ ਸੈੱਟ ਦੇਖ ਦਿੰਦੇ ਹਾਂ, ਸ਼ਾਇਦ ਕਿਤੇ ਮਿਲ ਜਾਵੇ। ਲੱਕੀ ਬੁੱਕ ਡਿਪੂ ਕਿੱਥੇ ਕਰਕੇ ਜੀ? ਲੱਕੀ ਬੁੱਕ ਡਿਪੂ ਧਰਮਕੋਟ ਮੇਨ ਜਿਹੜਾ ਬਾਜ਼ਾਰ ਆ ਉਹਦੇ ਵਿੱਚ ਆ, ਤਕਰੀਬਨ ਜਿਹੜਾ ਮਨਿਆਰੀ ਵਾਲਾ ਰਾਜੂ ਉਹਦੇ ਨਾਲ ਪੈਂਦਾ ਆ ਲੱਕੀ ਬੁੱਕ ਡਿਪੂ। ਵੀਰ ਜੀ ਕਿਹੜੀ ਕਲਾਸ ਦਾ ਤੁਹਾਨੂੰ ਸਿਲੇਬਸ ਚਾਹੀਦਾ ਸੀ? ਇਹ ਮੇਰਾ ਬੇਟਾ ਆ 5th ਕਲੀਅਰ ਕਰ ਗਿਆ, 6th ਦਾ ਇਹਦਾ ਸਿਲੇਬਸ ਸੀਗਾ। ਔਰ ਇਹਦਾ ਸਿਲੇਬਸ ਵਾਸਤੇ ਅਸੀਂ ਮਤਲਬ ਕਿ ਡਿਸਟ੍ਰਿਕਟ ਦੇ ਵਿੱਚ ਕੋਈ ਜਗ੍ਹਾ ਛੱਡੀ ਨਹੀਂ ਕਿ ਜਿੱਥੋਂ ਸਾਨੂੰ ਕਿਤਾਬਾਂ ਨਹੀਂ ਮਿਲੀਆਂ। ਅਸੀਂ ਲਾਸਟ ਫਿਰ ਧਰਮਕੋਟ ਵਾਪਸ ਜਾ ਹੀ ਰਹੇ ਸੀ, ਸਾਨੂੰ ਕਿਸੇ ਨੇ ਦੱਸਿਆ ਕਿ ਤੁਹਾਨੂੰ ਕਿਤੇ ਕਿਤਾਬਾਂ ਨਹੀਂ ਮਿਲਣੀਆਂ ਗੀਆਂ, ਤੁਹਾਨੂੰ ਕਿਤਾਬਾਂ ਮਿਲਣੀਆਂ ਸਿਰਫ ਲੱਕੀ ਬੁੱਕ ਡਿਪੂ ਤੋਂ, ਧਰਮਕੋਟੋਂ। ਫਿਰ ਅਸੀਂ ਉਹਨਾਂ ਕੋਲ ਗਏ, ਕਹਿੰਦੇ ਚਲੋ ਦੇਖ ਲੈਂਦੇ ਹਾਂ, ਸ਼ਾਇਦ ਇੱਕ ਅੱਧਾ ਕੋਈ ਮਿਲ ਜੇ, ਇੱਕ ਅੱਧਾ ਸੈੱਟ ਤੁਹਾਨੂੰ ਮਿਲ ਜੇ।
ਪਹਿਲਾਂ ਤੁਸੀਂ ਬੱਚੇ ਦੇ ਸਕੂਲ ਵਿੱਚ ਵੀ ਗਏ ਸੀ, ਕੋਈ ਗੱਲਬਾਤ ਹੋਈ ਹਾਂਜੀ, ਪਹਿਲਾਂ ਬੱਚੇ ਦੇ ਸਕੂਲ 'ਚ ਗਏ, ਉਹਨਾਂ ਨੇ ਸਾਨੂੰ ਜਿਹੜਾ ਸੀਗਾ ਸਿਲੇਬਸ ਉਹਨਾਂ ਨੇ ਲਿਖ ਕੇ ਦਿੱਤਾ ਕਿ ਇਹ ਬੁੱਕਸ ਆ ਤੁਸੀਂ ਕਿੱਥੋਂ ਮਰਜ਼ੀ ਖਰੀਦ ਲਓ, ਅਸੀਂ ਨਹੀਂ ਵੇਚਦੇ। ਉਹਨਾਂ ਨੇ ਕਲੀਅਰ ਕੱਟ ਲਿਖ ਕੇ ਦਿੱਤਾ ਸੀ ਅਸੀਂ ਨਹੀਂ ਵੇਚਦੇ ਕਿਤਾਬਾਂ, ਵੀ ਇਹ ਜਿੱਥੋਂ ਮਰਜ਼ੀ ਖਰੀਦ ਲਓ। ਪਰ ਉਹ ਸਿਲੇਬਸ ਲੈ ਕੇ ਮੈਂ ਤਕਰੀਬਨ ਮੋਗਾ, ਕੋਟੀਸੇ ਖਾਂ, ਧਰਮਕੋਟ ਕੋਈ ਦੁਕਾਨ ਨਹੀਂ ਛੱਡੀ, ਕਿਤੋਂ ਕੱਖ ਨਹੀਂ ਮਿਲਿਆ ਮੈਨੂੰ ਕੋਈ ਬੁੱਕ ਨਹੀਂ ਮਿਲੀ। ਫਿਰ ਮੈਂ ਲਾਸਟ ਮੈਂ ਕਿਹਾ ਚੱਲ ਛੱਡੋ, ਕੱਲ ਨੂੰ ਫਿਰ ਸਕੂਲ ਪੁੱਛਾਂਗੇ, ਫਿਰ ਬਾਅਦ 'ਚ ਦੇਖਾਂਗੇ। ਪਰ ਲਾਸਟ 'ਤੇ ਪਤਾ ਲੱਗ ਗਿਆ ਕਿ ਤੁਹਾਨੂੰ ਕਿਤੋਂ ਨਹੀਂ ਮਿਲਦੀਆਂ। ਕਿਸੇ ਇੱਕ ਬੁੱਕ ਡਿਪੂ ਵਾਲੇ ਨੇ ਦੱਸਿਆ, ਮੈਂ ਉਹਦਾ ਨਾਂ ਨਹੀਂ ਲੈਂਦਾ, ਉਹ ਕਹਿੰਦਾ ਕਿ ਤੁਹਾਨੂੰ ਲੱਕੀ ਕੋਲੇ ਮਿਲਣੀਆਂ, ਹੋਰ ਕਿਤੋਂ ਤੁਹਾਨੂੰ ਬੁੱਕਸ ਨਹੀਂ ਮਿਲ ਸਕਦੀਆਂ ਗੀਆਂ। ਤੁਹਾਨੂੰ ਲੱਕੀ ਬੁੱਕ ਡਿਪੂ ਤੋਂ ਕਿਤਾਬਾਂ ਮਿਲ ਗਈਆਂ, ਔਰ ਕੀ ਉਹਦਾ ਰੇਟ ਕੀ ਸੀ ਤੇ ਕਿੰਨੇ ਰੇਟ ਦੀ ਤੁਹਾਨੂੰ ਦਿੱਤੀਆਂ? ਭਾਜੀ ਲੱਕੀ ਬੁੱਕ ਡਿਪੂ ਨੇ ਪਹਿਲਾਂ ਮਨਾ ਕਰਤਾ ਸੀਗਾ, ਮੈਂ ਆਪਣੀ ਵਾਈਫ ਨੂੰ ਭੇਜਿਆ ਸੀਗਾ ਤੇ ਉਹਨਾਂ ਪਹਿਲਾਂ ਮਨਾ ਕਰਤਾ ਸੀ, ਕਹਿੰਦਾ ਵੀ ਮੇਰੇ ਕੋਲੇ ਕੋਈ ਸੈੱਟ ਨਹੀਂ ਗਾ, ਚਲੋ ਦੇਖ ਲੈਂਦੇ ਆ। ਫਿਰ ਉਹ ਉੱਪਰ ਜਾ ਕੇ ਗਏ, ਇੱਕ ਸੈੱਟ ਲੈ ਕੇ ਆਏ, ਉਹਨਾਂ ਨੇ ਸਾਨੂੰ 4500 ਰੁਪਏ ਦਾ ਸੈੱਟ ਦਿੱਤਾ। ਮੇਰੀ ਵਾਈਫ ਲੈ ਕੇ ਵਾਪਸ ਆ ਗਈ। ਮੈਂ ਆਰਮੀ ਦੇ ਵਿੱਚ ਆ, ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਬਿੱਲ ਕਿਉਂ ਨਹੀਂ ਲੈ ਕੇ ਆਏ, ਕਿਉਂਕਿ ਆਪਾਂ ਬਿੱਲ ਕਲੇਮ ਕਰਾਉਣਾ ਆ, ਕਿਉਂਕਿ ਸਾਡਾ ਪੈਸਾ ਕਲੇਮ ਹੋ ਜਾਂਦਾ 50%। ਅਸੀਂ ਫਿਰ ਵਾਪਸ ਗਏ, ਮੈਂ ਕਿਹਾ ਵੀ ਦੁਕਾਨ 'ਚੋਂ ਕਿਤਾਬਾਂ ਨਿਕਲ ਗਈਆਂ, ਹੁਣ ਉਹ ਬਿੱਲ ਨਹੀਂ ਦੇਗਾ। ਮੈਂ ਫਿਰ ਨਾਲ ਗਿਆ, ਮੈਂ ਕਿਹਾ ਵੀ ਬਿੱਲ ਦਿਓ ਭਾਈ ਸਾਹਿਬ ਜੀ, ਇਹ ਤੁਸੀਂ ਸਮਾਨ ਵੇਚਿਆ ਹੈ, ਤੁਸੀਂ ਬਿੱਲ ਦਿਓ। ਪਹਿਲਾਂ ਉਹਨਾਂ ਨੇ ਕਿਹਾ ਕਿ ਹੁਣ ITR ਚੱਲ ਗਈ ਹੈ ਪਿਛਲੇ ਸਾਲ ਵਾਲੀ, ਹੁਣ ਨਵੇਂ ਸਾਲ 'ਚ ਅਸੀਂ ਨਹੀਂ ਦੇ ਸਕਦੇ। ਮੈਂ ਕਿਹਾ ਵੀ ਹੁਣ ਤਾਂ ਅੱਜ ਇਹ 31 ਮਾਰਚ ਨੂੰ ਖਤਮ ਹੋ ਗਿਆ ਸੈਸ਼ਨ ਪਿਛਲੇ ਸਾਲ ਦਾ, ਨਵੇਂ ਸਾਲ ਵਾਲੀ ਤੁਸੀਂ ਆਪਣੀ ਲੌਗਬੁੱਕ ਕੱਢੋ, ਉਹਦੇ ਉੱਤੇ ਬਿੱਲ ਕੱਟ ਕੇ ਦਿਓ। ਉਹਨਾਂ ਨੇ ਮਨਾ ਕਰਤਾ, ਕਹਿੰਦੇ ਬਿੱਲ ਅਸੀਂ ਦੇ ਨਹੀਂ ਸਕਦੇ। ਜਦੋਂ ਕਾਫੀ ਉਹਨਾਂ ਨਾਲ ਬਹਿਸ ਹੋਈ ਕਿ ਕਿਉਂ ਨਹੀਂ ਦੇ ਸਕਦੇ, ਫਿਰ ਉੱਥੇ ਕਾਫੀ ਜ਼ਿਆਦਾ ਹੋਰ ਵੀ ਲੋਕ ਇਕੱਠੇ ਹੋ ਗਏ। ਫਿਰ ਕਹਿੰਦੇ ਚਲ ਮੈਂ ਬਣਾ ਦਿੰਦਾ, ਕੱਚਾ ਬਣਾ ਦਿੰਦਾ। ਮੈਂ ਕੱਚਾ ਬਿੱਲ ਮੈਂ ਕਿਉਂ ਲਵਾਂ, ਮੈਂ ਤੇਰੇ ਕੋਲੋਂ ਪੈਸੇ ਦੇ ਕੇ 4500 ਰੁਪਏ ਦੀਆਂ ਤੂੰ ਮੈਨੂੰ ਬੁੱਕਸ ਵੇਚੀਆਂ ਨੇ, ਮੈਂ ਅੱਗੋਂ ਗਵਰਨਮੈਂਟ ਕੋਲੋਂ ਪੈਸਾ ਲੈਣਾ, ਮੈਂ ਉਹਨਾਂ ਨੂੰ ਦੱਸਾਂਗਾ ਕਿ ਵੀ ਇਹਨਾਂ ਦੀਆਂ ਬੁੱਕਸ ਮੈਂ ਲਈਆਂ ਨੇ, ਖਰੀਦੀਆਂ ਨੇ। ਬਿੱਲ ਦੇਣ ਤੋਂ ਉਹਨਾਂ ਨੇ ਮਨਾ ਕਰਤਾ। ਉਸ ਤੋਂ ਬਾਅਦ 'ਚ 2-3 ਪੇਰੈਂਟਸ ਉੱਥੇ ਹੋਰ ਆਏ ਦੁਕਾਨ ਦੇ ਉੱਪਰ, ਉਹਨਾਂ ਨੇ ਉਹਨੂੰ ਹੀ ਮਨਾ ਕਰਤਾ ਕਿ ਬੁੱਕਸ ਹੈ ਨਹੀਂ ਗੀਆਂ। ਵੀਰ ਜੀ ਕਿੰਨੀਆਂ ਬੁੱਕਸ ਦੇ ਤੇ ਕਿੰਨੇ ਪੈਸੇ ਦਿੱਤੇ ਤੁਸੀਂ ਜਿਹੜੀਆਂ ਖਰੀਦੀਆਂ ਉੱਥੋਂ? ਮੇਰੇ ਹਿਸਾਬ ਨਾਲ ਤਾਂ ਇੱਕ ਸੈੱਟ ਸੀਗਾ ਤਕਰੀਬਨ ਕਿੰਨਿਆਂ ਦਾ? 13 ਹੋਣੀਆਂ, 13 ਕਿਤਾਬਾਂ ਹੋਣੀਆਂ, ਮਤਲਬ 12-13 ਕਿਤਾਬਾਂ ਸੀਗੀਆਂ। ਕਿੰਨੇ ਪੈਸੇ ਦਿੱਤੇ? ਔਰ 4500 ਰੁਪਇਆ ਨੈੱਟ ਉਹਨੇ ਲੈ ਲਿਆ ਸੀਗਾ, ਬਿੱਲ ਨਹੀਂ ਸੀ ਦਿੱਤਾ ਗਾ। ਪ੍ਰਿੰਟ ਕਿੰਨਾ ਬਣਦਾ ਸੀ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ ਕਿਤਾਬਾਂ ਤੇ? ਕਿਤਾਬਾਂ ਦਾ ਪ੍ਰਿੰਟ 4200 ਹੈ, ਮੇਰੇ ਬੱਚੇ ਨੇ ਘਰੇ ਜਾ ਕੇ ਜੋੜਿਆ 4200 ਪ੍ਰਿੰਟ ਹੈ। ਤੇ ਪ੍ਰਿੰਟ ਉਹਨਾਂ ਦੇ ਉੱਤੇ 1-2 ਬੁੱਕਾਂ ਦੇ ਉੱਤੇ ਪ੍ਰਿੰਟ ਹੈ ਵੀ ਨਹੀਂਗਾ, ਤੇ ਤੁਸੀਂ 4500 ਦੇ ਕੇ ਖਰੀਦੀਆਂ? 4500 ਰੁਪਇਆ ਦੇ ਕੇ ਨੈੱਟ ਖਰੀਦ ਲਿਆ। ਮੈਂ ਤੁਹਾਡੀ ਜਿਹੜੀ ਤੁਹਾਡੇ ਕੋਲੇ ਗੱਡੀ ਆ, ਮੈਂ ਉਹਦੇ ਵਿੱਚ ਦੇਖਿਆ ਕਿ ਢੇਰ ਲੱਗਾ ਪਿਆ ਕਿਤਾਬਾਂ ਦਾ। ਇਹ ਇੰਨੀਆਂ ਕਿਤਾਬਾਂ ਦਾ ਫਿਰ ਇਹ ਭਾਜੀ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ, ਜਦੋਂ 2-3 ਪੇਰੈਂਟਸ ਹੋਰ ਆਏ, ਮੈਂ ਉਹਨਾਂ ਨੂੰ, ਉਹ ਕਹਿੰਦੇ ਬੁੱਕਸ ਹੈ ਨਹੀਂ ਹੈ। ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਹ ਜਿਹੜੀਆਂ ਬੁੱਕਸ ਆ ਮੈਨੂੰ ਬਿੱਲ ਦੇ, ਮੈਂ MLA ਸਾਹਿਬ ਕੋਲ ਲੈ ਕੇ ਜਾਊਂਗਾ, ਤੂੰ ਮੈਨੂੰ 4500 ਦਾ ਬਿੱਲ ਦੇ, ਇਹ ਮੈਂ ਤੇਰਾ 4500 ਦਾ ਕਪੜਾ ਫਾਰਸ਼ ਕਰੂੰਗਾ। ਇਹ ਲੁਧਿਆਣਾ 60% ਲੈਸ 'ਤੇ ਮਿਲਦੀਆਂ ਨੇ ਦੁਕਾਨਦਾਰਾਂ ਨੂੰ, ਵੀ ਸਕੂਲ ਦੀਆਂ ਜਿਹੜੀਆਂ ਕਿਤਾਬਾਂ ਇਹ ਸਾਰੀਆਂ ਦੁਕਾਨਾਂ 'ਤੇ ਆਉਣੀਆਂ ਚਾਹੀਦੀਆਂ। ਸਿਲੇਬਸ ਮੇਰੀ ਇੱਥੇ ਬਹਿਸ ਹੋ ਗਈ ਕਿ ਸਿਲੇਬਸ ਆਨਲਾਈਨ ਸਕੂਲ ਨੇ ਕਿਉਂ ਨਹੀਂ ਪਾਇਆ। ਸਿਲੇਬਸ ਆਨਲਾਈਨ ਪੈਂਦਾ, ਅਸੀਂ ਜਿੱਥੋਂ ਮਰਜ਼ੀ ਖਰੀਦਦੇ। ਸਕੂਲ ਨੇ ਸਿਲੇਬਸ ਆਨਲਾਈਨ ਪਾਉਂਦੇ, ਅਸੀਂ ਜਿੱਥੋਂ ਮਰਜ਼ੀ ਖਰੀਦਦੇ। ਉਹ ਇੱਕੋ ਸਕੂਲ ਨੇ ਪਹਿਲਾਂ ਦੁਕਾਨ ਖੋਲ੍ਹੀ ਸੀ ਚੁੰਗੀ 'ਤੇ, ਮੈਂ ਉਦੋਂ ਖੁਦ ਦੇਖਿਆ, ਉਹਨਾਂ ਨੇ ਬੁੱਕ ਡਿਪੂ ਦਾ ਬੋਰਡ ਵੀ ਬਣਾ ਕੇ ਲਾਇਆ ਸੀ। ਲੇਕਿਨ ਜਦੋਂ ਇਹ ਐਲਾਨ ਹੋਇਆ ਭਗਵੰਤ ਮਾਨ ਸਰਕਾਰ ਦਾ ਕਿ ਕਿਤਾਬਾਂ ਕਿਤੋਂ ਵੀ ਲੈ ਸਕਦੇ ਹੋ, ਉਦੋਂ ਉਹਨੇ ਬੰਦ ਕਰਕੇ ਲੱਕੀ ਦੁਕਾਨ 'ਤੇ ਸਾਰੀਆਂ ਕਿਤਾਬਾਂ ਸੁੱਟਤੀਆਂ। ਲੱਕੀ ਦੇ ਬਿਆਨ ਨੇ ਮੇਰੀ ਵੀਡੀਓ ਨੈੱਟ 'ਤੇ ਵੀ, ਫੇਸਬੁੱਕ 'ਤੇ, WhatsApp 'ਤੇ ਸਾਰੇ ਅਪਲੋਡ ਹੋ ਗਈ ਹੈ ਤਕਰੀਬਨ ਹੁਣ ਤੱਕ। ਫਿਰ ਉਸ ਤੋਂ ਬਾਅਦ 'ਚ ਉਹਨੂੰ ਮੈਂ ਕਿਹਾ ਕਿ ਮੈਂ MLA ਦੇ ਕੋਲ ਚੱਲਿਆ, ਮੈਨੂੰ ਬਿੱਲ ਬਣਾ ਕੇ ਦੇ। MLA ਸਾਹਿਬ ਨਾਲ ਤੁਹਾਡੀ ਕੋਈ ਗੱਲ ਹੋਈ ਹੈ? MLA ਸਾਹਿਬ ਕੋਲੇ ਮੈਂ ਜਦੋਂ ਮੈਂ ਫੋਨ ਲਾਇਆ, ਫਿਰ ਉਸ ਤੋਂ ਬਾਅਦ 'ਚ ਲੱਕੀ ਬੁੱਕ ਡਿਪੂ ਵਾਲਾ ਕਹਿੰਦਾ, ਮੈਂ ਕਿਹਾ ਜਾਂ ਤਾਂ ਕਿਤਾਬਾਂ ਬਾਹਰ ਕੱਢ ਕੇ ਰੱਖ ਦੇ। ਉਹ ਕਹਿੰਦਾ ਬਾਈ ਮੈਂ ਕਿਤਾਬਾਂ ਬਾਹਰ ਕੱਢ ਦਿੰਦਾ। ਮੈਂ ਕਿਹਾ ਵੀ ਕਿਤਾਬਾਂ ਬਾਹਰ ਕੱਢ, ਤੇ ਐਂਜਲ ਹਾਰਟ ਸਕੂਲ ਦੀ ਵੈਨ ਆਊਗੀ, ਉਹ ਲੱਦ ਕੇ ਲੈ ਕੇ ਜਾਊਗੀ। ਸ਼ੌਕੀ ਡਾਕਟਰ ਦੀ ਜਿਹੜੀ ਵੈਨ 'ਤੇ ਕਿਤਾਬਾਂ ਵੰਡਦੇ ਆ, ਉਸੇ ਵੈਨ ਜਿਹੜੀ ਇੱਥੇ ਡਿਲੀਵਰ ਕਰਕੇ ਗਏ ਆ, ਉਸੇ ਵੈਨ 'ਤੇ ਲੱਦ ਕੇ ਲੈ ਕੇ ਜਾਊਗਾ। ਉਹ ਕਹਿੰਦਾ ਚਲੋ ਮੈਂ ਛੱਡ ਆਉਣਾ। ਮੈਂ ਕਿਹਾ ਤੂੰ ਕੋਈ ਛੱਡ ਕੇ ਆਏਗਾ? ਉਹ ਕਹਿੰਦਾ ਮੈਨੂੰ ਇਹਦੇ ਵਿੱਚ ਕੋਈ ਪ੍ਰੋਫਿਟ ਨਹੀਂ ਹੈਗਾ, ਮੇਰੇ ਸਿਰਫ ਪੈਨ ਜਾਂਦੇ ਆ, ਕਾਪੀਆਂ ਜਾਂਦੀਆਂ, ਜਾਂ ਕੁਛ ਨਾ ਕੁਛ ਸਟੇਸ਼ਨਰੀ ਜਾਂਦੀ ਆ, ਮੇਰਾ ਗਰੀਬ ਧੰਦਾ ਹੀ ਆ, ਮੈਨੂੰ ਨਾ ਵਿੱਚ ਇਨਵੋਲਵ ਕਰ। ਫਿਰ ਉਸ ਤੋਂ ਬਾਅਦ 'ਚ ਕਿਤਾਬਾਂ ਮੈਂ ਕਿਹਾ ਬਾਹਰ ਲਾ ਦੇ, ਸਾਰੀਆਂ ਕੱਢ ਕੇ, ਸਾਰੀਆਂ ਬਾਹਰ ਕੱਢ ਕੇ ਕਿਤਾਬਾਂ ਲਾਈਆਂ। ਉਸ ਤੋਂ ਬਾਅਦ 'ਚ ਮੈਂ ਰਿਕਸ਼ਾ ਕਰਕੇ ਫਿਰ ਮੈਂ ਆਪਣੀ ਗੱਡੀ ਤੱਕ ਲੈ ਕੇ ਗਿਆ। ਵੀਰ ਜੀ ਮੈਂ ਪੁੱਛਿਆ ਸੀ ਤੁਹਾਡੇ ਤੋਂ MLA ਸਾਹਿਬ ਨਾਲ ਕੋਈ ਗੱਲ ਹੋਈ ਤੁਹਾਡੀ? MLA ਸਾਹਿਬ ਮੈਂ ਦਫ਼ਤਰ ਲੈ ਕੇ ਗਿਆ ਸੀਗਾ ਸਾਰੀਆਂ ਕਿਤਾਬਾਂ, ਉਹਨਾਂ ਦੇ ਦਫ਼ਤਰ ਵਿੱਚ ਮੈਨੂੰ ਕੋਈ ਮਿਲਿਆ ਨਹੀਂ, ਕਹਿੰਦੇ ਕਿ ਅਸੀਂ ਇੱਦਾਂ ਨਹੀਂ ਰੱਖ ਸਕਦੇ। ਫਿਰ ਮੈਂ ਸ਼ੌਕੀ ਡਾਕਟਰ ਨੂੰ ਫੋਨ ਲਾਇਆ, ਉਹਦੀ ਰਿਕਾਰਡਿੰਗ ਮੇਰੇ ਕੋਲ ਵੀ ਹੈਗੀ ਆ, ਮੈਂ ਬਾਅਦ 'ਚ ਵੀ ਉਹਨੂੰ ਵਾਇਰਲ ਕਰ ਦੂੰਗਾ, ਸੁਣਾ ਦੂੰਗਾ ਸਾਰੇ ਨੂੰ ਤਕਰੀਬਨ ਹੀ। ਸ਼ੌਕੀ ਡਾਕਟਰ ਕਹਿੰਦਾ ਮੇਰੀਆਂ ਨਹੀਂ ਬੁੱਕਸ, ਦੁਕਾਨ ਵਾਲਾ ਕਹਿੰਦਾ ਮੇਰੀਆਂ ਨਹੀਂ ਗਈਆਂ। ਤਕਰੀਬਨ ਲੱਖ ਰੁਪਏ ਦੀਆਂ ਬੁੱਕਸ ਨੇ ਇਹ, 10-10 ਹਜ਼ਾਰ ਦਾ ਸੈੱਟ ਆ, ਕੋਈ 5 ਹਜ਼ਾਰ ਦਾ ਸੈੱਟ ਆ। ਇਹ ਲਵਾਰਸ ਸੀਗੀਆਂ,
ਮੇਰੀ ਜ਼ਿੰਮੇਵਾਰੀ ਬਣਦੀ ਸੀ ਕਿ ਲਵਾਰਸ ਹੋਣ ਦੇ ਨਾਂ 'ਤੇ ਸਿੱਧਾ ਮੈਂ ਜਾਣਾ ਸੀਗਾ ਪ੍ਰਸ਼ਾਸਨ ਕੋਲੇ। ਐਮਐਲਏ ਦੇ ਦਫ਼ਤਰ ਗਿਆ ਸੀਗਾ, ਮੈਨੂੰ ਉਹਨਾਂ ਨੇ ਕਿਤਾਬਾਂ ਉੱਥੇ ਲਾਉਣ ਨਹੀਂ ਦਿੱਤੀਆਂ ਕਿ ਮੌਜੂਦਾ ਐਮਐਲਏ ਉੱਥੇ ਹੈ ਨਹੀਂ ਸੀਗੇ। ਉਹ ਕਹਿੰਦੇ ਸਾਨੂੰ ਕੇਸ ਦਾ ਪਤਾ ਨਹੀਂਗਾ, ਕੀ ਪਤਾ ਚੋਰੀ ਦੀਆਂ ਹੁਣ ਕਹਿ ਹੀ ਦਿੰਦੇ ਆ। ਫਿਰ ਮੈਂ ਕਿਹਾ ਚਲ ਕੋਈ ਗੱਲ ਨਹੀਂ, ਸ਼ਾਮ ਨੂੰ ਉਹਨਾਂ ਦੇ ਘਰ ਛੱਡ ਦਾਂਗੇ। ਫਿਰ ਮੈਂ ਆਪਣੇ ਪਿੰਡ ਦੇ ਸਰਪੰਚ ਨੂੰ ਫੋਨ ਕੀਤਾ, ਉਹ ਕਹਿੰਦਾ ਮੈਂ ਆ ਰਿਹਾ ਥੋੜ੍ਹੀ ਦੇਰ ਤੱਕ। ਵੀ ਸਰਪੰਚ ਨੂੰ ਦੱਸਤਾ ਮੈਂ ਕਿਹਾ ਵੀ ਆਹ ਮਸਲਾ ਹੈਗਾ ਆ ਅਤੇ ਮੇਰੇ ਕੋਲ ਬੁੱਕਸ ਪਈਆਂ ਨੇ, ਘਰੇ ਪਈਆਂ ਨੇ। ਕਹਿੰਦਾ ਘਰੇ ਲੈ ਜਾ। ਜਦੋਂ ਕੋਈ ਵਾਲੀ ਵਾਰਸ ਨਹੀਂ ਸੀਗਾ ਉਸ ਤੋਂ ਬਾਅਦ ਮੈਂ ਘਰੇ ਲੈ ਗਿਆ ਸੀ ਬੁੱਕਸ। ਜਾਨੀ ਹੁਣ ਇਹ ਕਿਤਾਬਾਂ ਨੂੰ ਲਵਾਰਸ ਦੱਸਦੇ ਆ, ਕੋਈ ਵਾਰਸ ਨਹੀਂ ਇਸਦਾ ਬਣ ਰਿਹਾ ਜੀ। ਇਹ ਵੀਰ ਜੀ ਇਹ ਜਿਹੜੀ ਪ੍ਰਿੰਟ ਹੋਈ ਹੈ ਨਾ, ਜਿਹੜਾ ਸਿਲੇਬਸ ਆ, ਇਹ ਐਂਜਲ ਹਾਰਟ ਦਾ ਪ੍ਰਿੰਟ ਆ। ਮੈਂ ਇਹ ਕਾਰਵਾਈ ਦੀ ਮੰਗ ਕਰਦਾ ਕਿ ਇਹ ਜਿਹੜਾ ਪ੍ਰਿੰਟ ਕਰਵਾਇਆ ਇਹਦਾ ਪਬਲਿਸ਼ਰ ਕੌਣ ਆ? ਪ੍ਰਿੰਟ ਕਰਵਾਇਆ ਸਿਲੇਬਸ ਸ਼ੌਕੀ ਡਾਕਟਰ ਦਾ ਆ। ਇਹ ਧਰਮਕੋਟ 'ਚ ਕਿਤੇ ਨਹੀਂ ਚੱਲਦੀ ਕਿਤਾਬ। ਜਿੰਨੇ ਪ੍ਰਿੰਟ ਕੀਤੀ ਆ ਉਹ ਦੱਸੂਗਾ, ਇਹਨੇ ਡਿਲੀਵਰੀ ਕਿੱਥੋਂ ਹੋਈ, ਕਿੰਨੇ ਮੰਗਾਈ ਡਿਲੀਵਰੀ, ਉਹ ਦੱਸੂਗਾ। ਵੀਰ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ? ਮੈਂ ਚਾਹੁੰਦਾ ਕਿ ਇਹ ਗੱਡੀ ਦੇ ਵਿੱਚ ਕਿਤਾਬਾਂ ਪਈਆਂ ਲੱਖ ਰੁਪਏ ਦੀਆਂ, ਇਹ ਆਈਆਂ ਕਿਵੇਂ ਇੱਦਾਂ, ਕਿੰਨੇ ਮੰਗਾਈਆਂ, ਕਿਉਂ ਨਹੀਂ ਇਹਦੇ ਉੱਤੇ ਕਾਰਵਾਈ ਹੋ ਰਹੀਗੀ? ਵੀਰ ਜੀ ਜਾਣਕਾਰੀ ਦੇਣ ਲਈ ਧੰਨਵਾਦ। ਕਿਤਾਬਾਂ ਲੱਕੀ ਬੁੱਕ ਡਿਪੂ ਤੋਂ ਕੱਲ੍ਹ ਮਿਲੀਆਂ 1.5 ਲੱਖ ਰੁਪਏ ਦੀਆਂ। ਉਹ ਕਹਿੰਦਾ ਵੀ ਇਹ ਜਿਹੜੀਆਂ ਕਿਤਾਬਾਂ ਐਂਜਲ ਸਕੂਲ ਦੀਆਂ। ਦੇਖੋ ਜੀ, ਐਂਜਲ ਸਕੂਲ ਦੀ ਕੋਈ ਕਿਤਾਬ ਨਹੀਂ। ਕਿਤਾਬਾਂ ਜਿਹੜੀਆਂ ਹੈਗੀਆਂ ਅਸੀਂ ਬਾਹਰ ਨੋਟਿਸ ਬੋਰਡ ਤੇ ਲਾਈ ਹੈ, ਸਾਡੀ ਜੋ ਲਿਸਟ ਸਿਲੈਕਟ ਹੈ ਹਾਂਜੀ, ਉਹ ਪੇਰੈਂਟਸ ਨੂੰ ਅਸੀਂ ਦੇ ਦਿੱਤੀ ਹੈ। ਪੇਰੈਂਟਸ ਨੂੰ ਦੇ ਕੇ ਕੋਈ ਪੇਰੈਂਟਸ ਮਰਜ਼ੀ ਜਿੱਥੋਂ ਮਰਜ਼ੀ ਲੈ ਸਕਦਾ। ਉਹ 10 ਦਿਨਾਂ 'ਚ ਮੰਗਾ ਲੈਣ, ਉਹ 5 ਦਿਨਾਂ 'ਚ ਮੰਗਾ ਲੈਣ, ਉਹ 15 ਦਿਨਾਂ 'ਚ ਮੰਗਾ ਲੈਣ। ਮੇਰੇ ਕਹਿਣ ਦਾ ਮਤਲਬ ਆ ਅਸੀਂ ਸਟੱਡੀ ਉਨੀ ਅਸੀਂ ਸਲੋ ਕਰ ਲਾਂਗੇ, ਅਸੀਂ ਕੰਪਰੋਮਾਈਜ਼ ਕਰਦੇ ਹਾਂ ਪੇਰੈਂਟਸ ਨਾਲ। ਠੀਕ ਹੈ ਜੀ, ਠੀਕ ਹੈ, ਉਹ ਜਿਹੜਾ ਮਰਜ਼ੀ ਮੰਗਾ ਸਕਦਾ, ਸਾਨੂੰ ਉਹਦੇ 'ਚ ਕੋਈ ਦਿੱਕਤ ਨਹੀਂ। ਲਿਸਟ ਲੈ ਜਾਣ, ਸਾਡੇ ਤੋਂ ਕਈ ਪੇਰੈਂਟਸ ਲਿਆ ਵੀ ਰਹੇ ਆ, ਕਈ ਇੱਦਾਂ ਵੀ ਕਹਿ ਰਹੇ ਆ ਜੀ ਉਸ ਦੁਕਾਨ ਤੋਂ ਨਹੀਂ ਮਿਲ ਰਹੀ, ਉਸ ਤੋਂ ਨਹੀਂ ਮਿਲ ਰਹੀ, ਉਸ ਤੋਂ ਨਹੀਂ ਮਿਲ ਰਹੀ। ਅਸੀਂ ਕਹਿੰਦੇ ਆ ਜੀ ਨਵਾਂ ਸਿਸਟਮ ਹੈ, ਅਡੋਪਟ ਕਰਨ 'ਚ ਉਹਨਾਂ ਨੂੰ ਵੀ ਟਾਈਮ ਲੱਗੂਗਾ, ਜਿਹੜੇ ਬੁੱਕ ਸ਼ਾਪ ਹੈ ਲਿਆਉਣ 'ਚ ਉਹਨਾਂ ਨੂੰ ਵੀ ਟਾਈਮ ਲੱਗਦਾ ਹੈ। ਬਹੁਤ ਸਾਰੇ ਬੁੱਕਸ ਨੇ, ਬੁੱਕ ਸ਼ਾਪ ਨੇ ਆਪਦੀਆਂ ਲਿਸਟਾਂ ਆਪਦੇ ਉੱਥੇ ਭੇਜੀਆਂ ਹੋਈਆਂ। ਹੁਣ ਉਹਨਾਂ ਨੂੰ ਟਾਈਮ ਤਾਂ ਲੱਗੂਗਾ ਮੰਗਾਉਣ 'ਚ, ਉਹ ਜਦੋਂ ਆਉਣਗੀਆਂ ਅਗਲੇ ਪ੍ਰੋਵਾਈਡ ਕਰਾ ਦੇਣਗੇ। ਇਹਦੇ 'ਚ ਸਾਡਾ ਕੋਈ ਰੋਲ ਨਹੀਂਗਾ, ਇਹਦੇ 'ਚ ਉਹ ਜਮਾਂ ਜ਼ੀਰੋ ਹੈ। ਬਟ ਜਿਹੜਾ ਉਹ ਸਿਲੇਬਸ ਐਂਜਲ ਸਕੂਲ ਦਾ ਨਾ, ਜਿਹੜੀਆਂ ਕਿਤਾਬਾਂ ਜਿਹੜੀਆਂ ਲੱਕੀ ਕੋਲ ਬਰਾਮਦ ਹੋਈਆਂ, ਸਿਲੇਬਸ ਤਾਂ ਅਸੀਂ ਸਾਰਿਆਂ ਨੂੰ ਦੇ ਰਹੇ ਜੀ। ਉਹਨੂੰ ਕਿਸੇ ਨੇ ਲਿਆ ਕੇ ਦਿੱਤਾ, ਅਗਲੇ ਨੇ ਮੰਗਾ ਲਿਆ ਹੋਣਾ। ਇੱਕ ਦੁਕਾਨਦਾਰ ਕੋਲ ਤਾਂ ਲੱਖ ਦੀਆਂ ਪਈਆਂ ਜੀ, ਇੱਕ ਦੁਕਾਨਦਾਰ ਕੋਲ ਇੱਕ ਕਿਤਾਬ ਵੀ ਹੈ ਨਹੀਂ। ਦੇਖੋ ਜੀ, ਉਹਦੇ 'ਚ ਅਸੀਂ ਨਹੀਂ ਕੁਝ ਕਰ ਸਕਦੇ, ਅਸੀਂ ਤਾਂ ਸਿਲੇਬਸ ਪ੍ਰੋਵਾਈਡ ਕਰਾ ਸਕਦੇ ਹਾਂ। ਅਗਲਾ ਇੱਕ ਲੱਗਿਆ ਹੈ, ਜਿਹਨੂੰ ਨਹੀਂ ਮਿਲੀਆਂ ਉਹਨੂੰ ਅਸੀਂ ਨਹੀਂ ਕੁਝ ਕਰ ਸਕਦੇ। ਜਿਹਨੇ ਐਫਰਟ ਕੀਤਾ ਲਿਆ ਜਾਂ ਨਹੀਂ ਲਿਆਇਆ, ਉਹਦੇ 'ਚ ਸਾਨੂੰ ਉਹਦਾ ਕੋਈ ਰੋਲ ਨਹੀਂ ਸਾਡਾ। ਧਰਮਕੋਟ ਕੱਲੀਆਂ ਲੱਕੀ ਸ਼ੌਪ ਤੇ ਨਹੀਂ, ਹੋਰ ਕਿਸੇ ਸ਼ੌਪ ਤੇ ਨਹੀਂ ਹੈਗੀਆਂ, ਸਾਰੀਆਂ ਸ਼ੌਪਾਂ 'ਚ। ਦੇਖੋ ਜੀ, ਫਿਰ ਮੈਂ ਉਹੀ ਰਿਪੀਟ ਕਰ ਸਕਦਾ ਜੀ, ਅਸੀਂ ਤਾਂ ਲਿਸਟ ਬਾਹਰ ਨੋਟਿਸ ਬੋਰਡ ਤੇ ਲਾਈ ਹੈ। ਕੋਈ ਮਰਜ਼ੀ ਸਾਡੇ ਤੋਂ ਕੋਈ ਵੀ ਪੱਤਰਕਾਰ ਆਵੇ ਜਾਂ ਤੁਸੀਂ ਆਓ, ਪੇਰੈਂਟਸ ਆਓ, ਕੋਈ ਬੁੱਕ ਡਿਪੂ ਆਵੇ, ਇੱਥੋਂ ਸਾਡੀ ਲਿਸਟ ਲਿਜਾਓ, ਅਸੀਂ ਅੱਜ ਤੁਹਾਨੂੰ ਦੇਣ ਨੂੰ ਤਿਆਰ ਹੈ। ਪੇਰੈਂਟਸ ਆਏ, ਪੇਰੈਂਟਸ ਲੈ ਜਾਣ, ਜਦੋਂ ਮਰਜ਼ੀ 15 ਦਿਨਾਂ ਨੂੰ ਮੰਗਾਓ, 20 ਦਿਨਾਂ ਨੂੰ ਮੰਗਾਓ। ਅਸੀਂ ਸਿਲੇਬਸ ਸਲੋ ਕੀਤਾ ਹੋਇਆ ਇਸੇ ਕਰਕੇ, ਕਿਉਂਕਿ ਦਿੱਕਤ ਆ ਰਹੀ ਹੈ, ਨਵਾਂ ਸਿਸਟਮ ਹੈ, ਉਹਨਾਂ ਨੂੰ ਬੁੱਕਸ ਲਿਆਉਣ ਦੇ ਵਿੱਚ ਟਾਈਮ ਲੱਗੂਗਾ। ਤੁਸੀਂ ਸਿਲੇਬਸ ਆਨਲਾਈਨ ਕਰ ਦਿਓ ਨਾ, ਜਿਹੜਾ ਆਨਲਾਈਨ ਸਕੂਲ ਸਾਈਟ ਦੇ ਉੱਪਰ ਆਨਲਾਈਨ ਸਿਲੇਬਸ ਹੈ ਜੀ। ਠੀਕ ਹੈ, ਜਦੋਂ ਮਰਜ਼ੀ ਪਿਕ ਕਰੋ, ਜਿੱਥੋਂ ਮਰਜ਼ੀ ਮੰਗਵਾਓ, ਕੋਈ ਦਿੱਕਤ ਨਹੀਂ ਸਾਨੂੰ। ਠੀਕ ਹੈ, ਆਪਾਂ ਸਿਲੇਬਸ ਦੇਖ ਸਕਦੇ ਹਾਂ ਤੁਸੀਂ ਤਾਂ। ਹਾਂਜੀ ਹਾਂਜੀ, ਸਿਲੇਬਸ ਬਾਹਰ ਨੋਟਿਸ ਬੋਰਡ ਤੇ ਲੱਗਾ ਜੀ, ਜਦੋਂ ਮਰਜ਼ੀ ਚੈੱਕ ਕਰ ਲਓ ਤੁਸੀਂ, ਕੋਈ ਦਿੱਕਤ ਨਹੀਂ। ਨੋਟਿਸ ਬੋਰਡ ਤੇ ਲੱਗਾ ਹੋਇਆ, ਹਾਂਜੀ, ਉਹਦਾ ਸ਼ਾਟ ਲਾ ਲੈਣੇ।